Good morning students. I hope you all are fine. Let's continue chapter 3. हाँ जी क्लास ਵਿੱਚ ਆਪਾਂ ਇਹ ਸਟਾਰਟ ਕਰ ਲਿਆ ਸੀ ਚੈਪਟਰ 3 ਉਪਭੋਗਤਾ ਸੰਤੁਲਨ। ਕੁਝ ਡੈਫੀਨੇਸ਼ਨਸ ਕੁਝ ਟੌਪਿਕਸ ਆਪਾਂ ਆਲਰੇਡੀ ਪੜ੍ਹ ਚੁੱਕੇ ਸੀ। ਹੁਣ ਆਪਾਂ ਉਸ ਨੂੰ ਹੀ ਕੰਟੀਨਿਊ ਕਰਦੇ ਹਾਂ। ਦੇਖੋ ਜੋ ਚੈਪਟਰ ਦਾ ਮੇਨ ਨੇਮ ਹੈ ਉਪਭੋਗਤਾ ਸੰਤੁਲਨ, ਉਹਦਾ ਹੀ ਮੀਨਿੰਗ ਪੜ੍ਹਨਾ ਸਟਾਰਟ ਕਰਾਂਗੇ ਆਪਾਂ। ਹੁਣ ਕੀ ਹੁੰਦਾ ਇਹ ਉਹ ਸਥਿਤੀ ਹੁੰਦੀ ਹੈ ਜਿਸ ਵਿੱਚ ਉਪਭੋਗਤਾ ਆਪਣੀ ਆਮਦਨ ਨੂੰ ਇੱਕ ਜਾਂ ਇੱਕ ਤੋਂ ਵੱਧ ਵਸਤੂਆਂ ਖਰੀਦਣ ਵਿੱਚ ਇਸ ਤਰ੍ਹਾਂ ਖਰਚ ਕਰੇਗਾ ਕਿ ਉਸ ਨੂੰ ਵੱਧ ਤੋਂ ਵੱਧ ਤੁਸ਼ਟੀ ਗੁਣ ਮਿਲ ਸਕੇ। ਅਸੀਂ ਇਸ ਨੂੰ ਦੋ ਕੇਸ ਬਣਾ ਕੇ ਪੜ੍ਹਦੇ ਹਾਂ। ਦੇਖੋ ਬਹੁਤ ਸਿੰਪਲ ਵਰਡਸ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ ਮੈਂ, ਵੀ ਤੁਹਾਨੂੰ ਕਲੀਅਰਲੀ ਮਤਲਬ ਸਮਝ ਆਵੇ, ਹੈ ਨਾ। ਕਹਿੰਦੇ ਮਤਲਬ ਇਹ ਉਹ ਸਥਿਤੀ ਹੁੰਦੀ ਹੈ ਜਿਸ ਵਿੱਚ ਜੋ ਕੰਜ਼ਿਊਮਰ ਹੈ ਉਹ ਆਪਣੀ ਇਨਕਮ ਨੂੰ, ਆਪਣੀ ਆਮਦਨ ਨੂੰ ਖਰਚ ਕਰੂਗਾ, ਜਾਂ ਤਾਂ ਇੱਕੋ ਹੀ ਚੀਜ਼ ਦੇ ਉੱਪਰ ਕਰੂਗਾ ਜਾਂ ਇੱਕ ਤੋਂ ਵੱਧ ਚੀਜ਼ਾਂ ਦੇ ਉੱਪਰ ਵੀ ਕਰ ਸਕਦਾ ਹੈ। ਬਸ ਉਹ ਇਹੀ ਟਰਾਈ ਕਰੂਗਾ ਕਿ ਮਤਲਬ ਉਸ ਨੂੰ ਜੋ ਸੈਟਿਸਫੈਕਸ਼ਨ ਮਿਲੇ ਜਾਂ ਤੁਸ਼ਟੀ ਗੁਣ ਮਿਲੇ ਉਹ ਵੱਧ ਤੋਂ ਵੱਧ ਮਿਲੇ। ਠੀਕ ਹੈ। ਦੇਖੋ ਕੇਸ 1 ਦੇ ਵਿੱਚ ਆਪਾਂ ਕੀ ਪੜ੍ਹਦੇ ਹਾਂ, ਜਦੋਂ ਉਪਭੋਗਤਾ ਆਪਣੀ ਸਾਰੀ ਆਮਦਨ ਇੱਕ ਵਸਤੂ ਨੂੰ ਖਰੀਦਣ ਵਿੱਚ ਹੀ ਖਰਚ ਕਰਦਾ ਹੈ। ਮਤਲਬ ਤੁਸੀਂ ਇਹ ਮੰਨ ਲਓ ਵੀ ਜੋ ਕੰਜ਼ਿਊਮਰ ਹੈ ਉਹਦੇ ਪਾਸ ਜਿੰਨੀ ਵੀ ਇਨਕਮ ਹੈ ਉਹ ਸਾਰੀ ਇੱਕੋ ਹੀ ਵਸਤੂ ਨੂੰ ਖਰੀਦਣ ਦੇ ਉੱਪਰ ਖਰਚ ਕਰਦਾ ਹੈ, ਤਾਂ ਉਹ 2-3 ਗੱਲਾਂ ਵੱਲ ਧਿਆਨ ਦੇਵੇਗਾ। ਪਹਿਲੀ ਗੱਲ, ਮੰਨ ਲਓ ਉਪਭੋਗਤਾ ਕਿਹੜੀ ਵਸਤੂ ਖਰੀਦ ਰਿਹਾ ਹੈ, ਐਕਸ ਵਸਤੂ। ਐਕਸ ਵਸਤੂ ਕੁਛ ਵੀ ਹੋ ਸਕਦੀ ਹੈ ਨਾ। ਦੂਸਰੀ ਗੱਲ, ਐਕਸ ਵਸਤੂ ਦੀ ਕੀਮਤ ਮੰਨ ਲਓ ਕਿੰਨੀ ਹੈ, 4 ਰੁਪਏ, ਕੁਛ ਵੀ ਮੰਨ ਸਕਦੇ ਹੋ ਤੁਸੀਂ। ਤੀਸਰੀ ਚੀਜ਼, ਰੁਪਏ ਦੀ ਸੀਮਾਂਤ ਉਤਪਾਦਕਤਾ, ਮਾਰਜਨਲ ਯੂਟਿਲਿਟੀ ਆਫ ਮਨੀ। ਜਿਵੇਂ ਤੁਹਾਨੂੰ ਕਲਾਸ ਦੇ ਵਿੱਚ ਮਾਰਜਨਲ ਯੂਟਿਲਿਟੀ, ਸੀਮਾਂਤ ਉਤਪਾਦਕਤਾ ਦਾ ਮੀਨਿੰਗ ਦੱਸਿਆ ਸੀ, ਹੈ ਨਾ, ਕੱਲੀ ਯੂਨਿਟ ਤੋਂ ਮਿਲਣ ਵਾਲੀ ਯੂਟਿਲਿਟੀ। ਐਵੇਂ ਇਹ ਰੁਪਏ ਦੀ ਸੀਮਾਂਤ ਉਤਪਾਦਕਤਾ ਹੈ, ਇਹ ਵੀ ਆਪਾਂ ਆਪਣੇ ਵੱਲੋਂ ਮੰਨ ਲਈ ਕਿੰਨੀ, 4 ਯੂਟਿਲਸ। ਇਹਦਾ ਮਤਲਬ ਇਹ ਹੈ, ਦੇਖੋ ਕੰਜ਼ਿਊਮਰ ਦੇ ਦਿਮਾਗ ਵਿੱਚ ਨਾ ਇੱਕ ਗੱਲ ਸੈੱਟ ਹੋ ਗਈ। ਉਹ ਇੱਕ ਗੱਲ ਸੋਚਦਾ ਵੀ ਜਦੋਂ ਵੀ ਉਹ ਆਪਣੇ ਰੁਪਏ ਖਰਚ ਕਰੂਗਾ, ਹੈ ਨਾ, ਆਪਣੇ ਪੈਸੇ ਖਰਚ ਕਰੂਗਾ, ਤਾਂ ਉਹਨੂੰ ਹਰ ਰੁਪਏ ਖਰਚ ਕਰਨ ਤੋਂ ਬਾਅਦ ਘੱਟੋ ਘੱਟ ਕਿੰਨੀ ਯੂਟਿਲਿਟੀ ਮਿਲੇ, 4 ਯੂਟਿਲਸ। ਠੀਕ ਹੈ। ਅਗਰ ਇਹ ਤੋਂ ਵੱਧ ਮਿਲੂਗੀ ਤਾਂ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ, 4 ਮਿਲੂਗੀ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ, ਘੱਟ ਨਾ ਮਿਲੇ। ਐਕਚੁਅਲੀ ਜੋ ਮਾਰਜਨਲ ਯੂਟਿਲਿਟੀ ਆਫ ਮਨੀ ਹੈ ਨਾ, ਇਹ ਵਰਥ ਆਫ ਮਨੀ ਹੁੰਦੀ ਹੈ, ਰੁਪਏ ਦੀ ਅਸਲ ਕੀਮਤ ਹੁੰਦੀ ਹੈ। ਠੀਕ ਹੈ। ਉਸ ਤੋਂ ਬਾਅਦ ਇੱਕ ਸ਼ਰਤ ਤੁਸੀਂ ਯਾਦ ਰੱਖਣੀ ਹੈ, ਸੰਤੁਲਨ ਦੀ ਸ਼ਰਤ। ਸੰਤੁਲਨ ਦੀ ਸ਼ਰਤ ਕੀ ਹੁੰਦੀ ਹੈ, MUX, ਮਤਲਬ ਮਾਰਜਨਲ ਯੂਟਿਲਿਟੀ ਆਫ ਐਕਸ ਵਸਤੂ ਦੀ, ਉਹਨੂੰ ਡਿਵਾਈਡ ਕਰੋ ਪ੍ਰਾਈਸ ਆਫ ਐਕਸ ਨਾਲ। ਜਿੰਨੀ ਇਹ ਵੈਲਿਊ ਆਊਗੀ ਜਦੋਂ ਇਹ ਬਰਾਬਰ ਹੋਗੀ ਕਿਸ ਦੇ, MUM, ਮਾਰਜਨਲ ਯੂਟਿਲਿਟੀ ਆਫ ਮਨੀ ਦੇ, ਜੋ ਕਿ ਆਪਾਂ ਆਲਰੇਡੀ ਮੰਨ ਚੁੱਕੇ ਹਾਂ ਕਿੰਨੀ, 4 ਯੂਟਿਲਸ। ਜਦੋਂ ਇਹ ਦੋਨੋਂ ਸਾਈਡਸ ਬਰਾਬਰ ਹੋ ਗਈਆਂ, ਉੱਥੇ ਜੋ ਉਪਭੋਗਤਾ ਹੈ ਉਹ ਕਿਸ ਸਥਿਤੀ ਵਿੱਚ ਪਹੁੰਚ ਜਾਏਗਾ, ਸੰਤੁਲਨ ਦੇ ਵਿੱਚ। ਹੁਣ ਆਪਾਂ ਇੱਕ ਟੇਬਲ ਬਣਾਇਆ, ਸਾਈਡ 'ਤੇ ਇੱਕ ਡਾਇਗਰਾਮ ਬਣਾਈ ਹੈ। ਠੀਕ ਹੈ। ਧਿਆਨ ਨਾਲ ਪਲੀਜ਼ ਸਮਝਣ ਦੀ ਕੋਸ਼ਿਸ਼ ਕਰਿਓ। ਇੱਥੇ ਆਪਾਂ ਕੀ ਲਿਖਿਆ ਨੇ, ਯੂਨਿਟਸ ਆਫ ਗੁੱਡ ਐਕਸ, ਮਤਲਬ ਐਕਸ ਵਸਤੂ ਦੀਆਂ ਇਕਾਈਆਂ, 1 2 3 4 5, ਤੁਸੀਂ ਜਿੰਨੀਆਂ ਮਰਜ਼ੀ ਲੈ ਸਕਦੇ ਹੋ। ਉਸ ਤੋਂ ਬਾਅਦ ਆਪਾਂ ਕੀ ਲਿਖੀ ਹੈ, ਮਾਰਜਨਲ ਯੂਟਿਲਿਟੀ ਆਫ ਐਕਸ ਤੋਂ ਮਿਲਣ ਵਾਲੀ ਸੀਮਾਂਤ ਉਤਪਾਦਕਤਾ, ਬਿਲਕੁਲ ਆਪਣੇ ਵੱਲੋਂ ਲਿਖੀ ਹੈ ਜਿਵੇਂ ਕਿ ਤੁਹਾਨੂੰ ਕਲਾਸ ਵਿੱਚ ਸਿਖਾਈ ਸੀ। ਜਦੋਂ ਉਹ ਐਕਸ ਵਸਤੂ ਦੀ ਪਹਿਲੀ ਯੂਨਿਟ ਲੈ ਰਿਹਾ ਹੈ ਤਾਂ ਮੰਨ ਲਓ ਉਹਨੂੰ ਕਿੰਨੀ ਯੂਟਿਲਿਟੀ ਮਿਲ ਰਹੀ ਹੈ, ਤੁਸ਼ਟੀ ਗੁਣ ਕਿੰਨਾ ਮਿਲ ਰਿਹਾ ਹੈ, 20। ਦੂਸਰੀ ਤੋਂ ਤੁਹਾਨੂੰ ਪਤਾ ਹੀ ਹੈ ਘੱਟ ਮਿਲਣਾ ਹੈ, ਜਿੰਨਾ ਮਰਜ਼ੀ ਲਿਖ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਮੈਨੇ ਕਿੰਨਾ ਲਿਖਿਆ, 18, ਫਿਰ ਉਸ ਤੋਂ ਘਟਾਤਾ 16, ਉਸ ਤੋਂ ਘਟਾਤਾ 12, ਉਸ ਤੋਂ ਘਟਾਤਾ 8, ਬਸ ਘੱਟ ਕਰਦੇ ਜਾਣਾ ਹੈ, ਤੁਸੀਂ ਜਿੰਨਾ ਮਰਜ਼ੀ ਲਿਖ ਸਕਦੇ ਹੋ। ਥਰਡ ਕੋਲਮ ਆਪਾਂ ਦੇਖੋ ਕਿਵੇਂ ਕੱਢਿਆ, ਮਾਰਜਨਲ ਯੂਟਿਲਿਟੀ ਆਫ ਐਕਸ ਨੂੰ ਡਿਵਾਈਡ ਕੀਤਾ ਪ੍ਰਾਈਸ ਆਫ ਐਕਸ ਦੇ ਨਾਲ। ਦੇਖੋ ਮਾਰਜਨਲ ਯੂਟਿਲਿਟੀ ਆਫ ਐਕਸ ਦੀ ਵੈਲਿਊ ਕਿੰਨੀ ਸੀ, 20, ਪ੍ਰਾਈਸ ਆਫ ਐਕਸ ਦੀ ਕੀਮਤ ਆਪਾਂ ਮੰਨੀ ਹੋਈ ਹੈ ਕਿੰਨੀ, 4 ਰੁਪਏ, ਤਾਂ ਹਰ ਵਾਰ 4 ਨਾਲ ਹੀ ਡਿਵਾਈਡ ਕੀਤਾ ਇਹਨਾਂ ਵੈਲਿਊਜ਼ ਨੂੰ। ਜਿਵੇਂ ਦੇਖੋ 20 ਡਿਵਾਈਡ ਬਾਈ 4 ਕਿੰਨਾ ਆ ਗਿਆ, 5, 18 ਡਿਵਾਈਡ ਬਾਈ 4 4.5, ਇੱਦਾਂ ਹੀ ਸਾਰੇ ਡਿਵਾਈਡ ਕਰ ਲਏ। ਠੀਕ ਹੈ। ਹੁਣ ਉਸ ਤੋਂ ਬਾਅਦ ਇਹ ਦੇਖੋ ਵੀ ਉਪਭੋਗਤਾ ਨੇ ਸੰਤੁਲਨ 'ਚ ਪਹੁੰਚਣਾ ਹੈ ਤਾਂ ਉਹਨੂੰ ਕਿੰਨੀਆਂ ਯੂਨਿਟਸ ਖਰੀਦਣੀਆਂ ਚਾਹੀਦੀਆਂ ਨੇ। ਅਗਰ ਉਹ ਪਹਿਲੀ ਯੂਨਿਟ ਖਰੀਦ ਰਿਹਾ 4 ਰੁਪਏ ਖਰਚ ਕਰਕੇ, ਤਾਂ ਉਹਨੂੰ ਵਰਥ ਆਫ ਮਨੀ, ਇਹ ਵੀ ਵਰਥ ਆਫ ਮਨੀ ਹੈ, ਮਤਲਬ ਰੁਪਏ ਦੀ ਅਸਲ ਕੀਮਤ, ਇਹ ਵੀ ਵਰਥ ਆਫ ਮਨੀ ਹੁੰਦੀ ਹੈ। ਠੀਕ ਹੈ। ਉਹਨੂੰ ਕਿੰਨੀ ਮਿਲ ਰਹੀ ਹੈ, 5 ਮਿਲ ਰਹੀ ਹੈ। ਉਹ ਚਾਹੁੰਦਾ ਕਿੰਨੀ ਹੈ, ਵੀ ਮੈਨੂੰ ਕਿੰਨੀ ਮਿਲੇ, 4, ਪਰ ਉਹਨੂੰ ਜ਼ਿਆਦਾ ਮਿਲ ਰਹੀ ਹੈ ਨਾ, ਤਾਂ ਉਹਨੂੰ ਫ਼ਾਇਦਾ ਹੀ ਹੈ। ਇਹਦਾ ਮਤਲਬ ਉਹਨੂੰ ਪਹਿਲੀ ਇਕਾਈ ਖਰੀਦ ਲੈਣੀ ਚਾਹੀਦੀ ਹੈ। ਦੂਸਰੀ ਇਕਾਈ ਦੇਖੋ, ਅਗਰ ਉਹ ਦੂਸਰੀ ਇਕਾਈ ਲੈਂਦਾ ਹੈ ਤਾਂ ਉਹਨੂੰ ਵਰਥ ਆਫ ਮਨੀ ਕਿੰਨੀ ਮਿਲ ਰਹੀ ਹੈ, 4.5। ਠੀਕ ਹੈ।
ਉਹ ਐਕਸਪੈਕਟ ਕਿੰਨੀ ਕਰਦਾ ਵੀ ਕਿੰਨੀ ਮਿਲੇ 4 यूटिल्स, ਇਹ ਵੀ ਜ਼ਿਆਦਾ ਹੀ ਹੈ ਤਾਂ ਉਹਨੂੰ ਦੂਸਰੀ ਇਕਾਈ ਵੀ ਖਰੀਦ ਲੈਣੀ ਚਾਹੀਦੀ ਹੈ। ਤੀਸਰੀ ਇਕਾਈ ਦੇਖੋ ਵਰਥ ਆਫ ਮਨੀ ਮਤਲਬ 4 ਮਿਲ ਰਹੀ ਹੈ ਉਹਨੂੰ, ਉਹ ਚਾਹੁੰਦਾ ਕਿੰਨੀ ਹੈ 4, ਬਰਾਬਰ ਹੀ ਹੈ, ਇਹ ਵੀ ਉਹਨੂੰ ਖਰੀਦ ਲੈਣੀ ਚਾਹੀਦੀ ਹੈ। ਔਰ ਦੇਖੋ ਇੱਥੇ ਦੋਨੋਂ ਬਰਾਬਰ ਹੋ ਗਏ, ਇਹ MUX ਡਿਵਾਈਡਡ ਬਾਈ PX ਦੀ ਜੋ ਵੈਲਿਊ ਹੈ ਇਹਦੇ ਬਰਾਬਰ ਆ ਗਈ ਨਾ, ਇਹੀ ਸੰਤੁਲਨ ਦੀ ਸ਼ਰਤ ਵੀ ਸੀ। ਇਹਦਾ ਮਤਲਬ ਇੱਥੋਂ ਹੀ ਆਪਾਂ ਨੂੰ ਕਲੀਅਰ ਹੈ ਵੀ ਇਹ ਕੀ ਆ ਗਿਆ, ਉਪਭੋਗਤਾ ਦਾ ਸੰਤੁਲਨ। ਅਗਰ ਦੇਖੋ ਉਹ 4th ਇਕਾਈ ਖਰੀਦਦਾ ਹੈ ਤਾਂ ਉਹਨੂੰ ਵਰਥ ਆਫ ਮਨੀ ਮਿਲੂਗੀ 3, ਪਰ ਉਹ ਚਾਹੁੰਦਾ ਕਿੰਨੀ ਹੈ 4, ਜੋ ਕਿ ਘੱਟ ਹੈ, 3 ਘੱਟ ਹੈ ਨਾ, ਇਹਦਾ ਮਤਲਬ ਉਹਨੂੰ 4th ਇਕਾਈ ਜਾਂ 5th ਇਕਾਈ ਜਾਂ ਇਹ ਤੋਂ ਬਾਅਦ ਕੋਈ ਵੀ ਇਕਾਈ ਖਰੀਦਣੀ ਨਹੀਂ ਚਾਹੀਦੀ। ਠੀਕ ਹੈ, ਇसी ਚੀਜ਼ ਨੂੰ ਆਪਾਂ ਇਸ ਡਾਇਗਰਾਮ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮਾਰਜਨਲ ਯੂਟਿਲਿਟੀ ਵਾਲੀ ਕਰਵ ਆਪਾਂ ਆਲਰੇਡੀ ਕਲਾਸ 'ਚ ਵੀ ਪੜ੍ਹ ਚੁੱਕੇ ਹਾਂ, ਉੱਪਰ ਤੋਂ ਨੀਚੇ ਆਉਂਦੀ ਹੈ ਕਿਉਂਕਿ ਘਟਦੀ ਜਾਂਦੀ ਹੈ। ਪ੍ਰਾਈਸ ਆਫ x ਦੀ ਕੀਮਤ, ਕਿਉਂਕਿ ਇਹ ਸਥਿਰ ਰਹਿੰਦੀ ਹੈ 4 ਰੁਪਏ, ਸਥਿਰ ਚੀਜ਼ ਨੂੰ ਆਪਾਂ ਇੱਕ ਸਿੱਧੀ ਲਾਈਨ ਨਾਲ ਦਿਖਾਉਂਦੇ ਹਾਂ। ਦੋਨੋਂ ਜਿਹੜੀਆਂ ਇਹ ਲਾਈਨਾਂ ਨੇ ਕਰਵਸ ਨੇ E ਪੁਆਇੰਟ 'ਤੇ ਕੱਟ ਕਰ ਰਹੀਆਂ ਨੇ, ਤਾਂ E ਜੋ ਬਿੰਦੂ ਹੈ ਸੰਤੁਲਨ ਦਾ ਬਿੰਦੂ ਹੈ। ਔਰ ਇਸ ਤੋਂ ਜੋ ਉੱਪਰ ਵਾਲਾ ਪੋਰਸ਼ਨ ਹੈ ਜਿਹਨੂੰ ਮੈਂ ਸ਼ੇਡਿਡ ਜਿਹਾ ਕੀਤਾ ਇਹ ਬਣਾ ਕੇ, ਇਹ ਸਾਰਾ ਉਪਭੋਗਤਾ ਦਾ ਕੀ ਹੈ ਲਾਭ। ਠੀਕ ਹੈ ਰਾਜੇ, ਤੁਸੀਂ ਡਾਇਗਰਾਮ ਨੂੰ ਟੇਬਲ ਨੂੰ ਆਪਣੇ ਵਰਡਸ ਦੇ ਵਿੱਚ ਐਕਸਪਲੇਨ ਕਰ ਸਕਦੇ ਹੋ। ਬਾਕੀ ਇਹ ਤੁਹਾਡਾ ਕੇਸ 1 ਬਣ ਗਿਆ, ਕਾਫੀ ਇੰਪੋਰਟੈਂਟ ਕੁਐਸਚਨ ਹੈ, ਲੌਂਗ ਕੁਐਸਚਨਸ ਦੇ ਵਿੱਚ ਇਹ ਆ ਜਾਂਦਾ ਹੈ। ਦੂਸਰਾ ਕੇਸ ਦੇਖੋ ਕੀ ਬਣ ਸਕਦਾ ਹੈ, ਜਦੋਂ ਉਪਭੋਗਤਾ ਆਪਣੀ ਸਾਰੀ ਆਮਦਨ 2 ਵਸਤੂਆਂ 'ਤੇ ਖਰਚ ਕਰਦਾ ਹੈ। ਮਤਲਬ ਐਕਚੁਅਲ ਦੇ ਵਿੱਚ ਰੀਅਲ ਲਾਈਫ ਦੇ ਵਿੱਚ ਇਹੀ ਹੁੰਦਾ ਵੀ ਉਪਭੋਗਤਾ ਆਪਣੀ ਆਮਦਨ ਇੱਕ ਵਸਤੂ 'ਤੇ ਖਰਚ ਨਾ ਕਰਕੇ ਇੱਕ ਤੋਂ ਜ਼ਿਆਦਾ ਵਸਤੂਆਂ 'ਤੇ ਖਰਚ ਕਰਦਾ ਹੈ ਨਾ। ਮੰਨ ਲਓ 2 ਵਸਤੂਆਂ X ਅਤੇ Y ਹਨ, ਮੰਨ ਲਓ ਦੋਨਾਂ ਦੀ ਕੀਮਤ 1 ਰੁਪਏ ਹੈ। ਆਪਾਂ X ਅਤੇ Y 2 ਵਸਤੂਆਂ ਲੈ ਲਈਆਂ, ਆਪਣੇ ਕੇਸ ਨੂੰ ਸਿੰਪਲ ਰੱਖਣ ਲਈ ਕਿ ਆਪਾਂ ਨੂੰ ਆਸਾਨੀ ਨਾਲ ਸਮਝ ਆ ਜਾਏ, ਆਪਾਂ ਦੋਨਾਂ ਦਾ ਪ੍ਰਾਈਸ 1 ਰੁਪਇਆ ਮੰਨ ਲਿਆ। ਹੁਣ ਦੇਖੋ ਸੰਤੁਲਨ ਦੀ ਸ਼ਰਤ ਤਿਆਰ ਕਰਦੇ ਹਾਂ ਪਹਿਲਾਂ। ਅਗਰ ਤੁਹਾਨੂੰ ਪਹਿਲਾ ਕੇਸ ਧਿਆਨ ਨਾਲ ਸਮਝਿਆ, ਉਹਦੇ ਵਿੱਚ ਆਪਾਂ X ਵਸਤੂ ਵਾਸਤੇ ਲਿਖਿਆ ਸੀ MUX ਡਿਵਾਈਡਡ ਬਾਈ PX ਇਜ਼ ਇਕੁਅਲ ਟੂ MUM। ਹੁਣ Y ਵਸਤੂ ਵਾਸਤੇ ਲਿਖਾਂਗੇ ਤਾਂ X ਦੀ ਜਗ੍ਹਾ Y ਆ ਗਿਆ ਇਜ਼ ਇਕੁਅਲ ਟੂ MUM। ਇਸ ਨੂੰ ਆਪਾਂ ਇਕੁਏਸ਼ਨ 1 ਮੰਨ ਲਿਆ, ਇਸ ਨੂੰ ਇਕੁਏਸ਼ਨ 2 ਮੰਨ ਲਿਆ। ਦੇਖੋ 10th ਤੱਕ ਤਾਂ ਤੁਸੀਂ ਮੈਥਸ ਸਭ ਨੇ ਪੜ੍ਹੇ ਹੈ। ਅਗਰ ਆਪਾਂ ਦੋਨੋਂ ਇਕੁਏਸ਼ਨਸ ਨੂੰ ਦੇਖੀਏ ਤਾਂ ਦੋਨਾਂ ਦੀ ਜੋ ਰਾਈਟ ਸਾਈਡ ਹੈ ਉਹ ਸੇਮ ਹੈ, ਤਾਂ ਲੈਫਟ ਹੈਂਡ ਸਾਈਡ ਵੀ ਬਰਾਬਰ ਹੋਏਗੀ। ਤਾਂ 1 ਔਰ 2 ਤੋਂ ਕੀ ਪਤਾ ਚੱਲ ਰਿਹਾ ਹੈ, MUX ਡਿਵਾਈਡਡ ਬਾਈ PX ਕਿਸ ਦੇ ਬਰਾਬਰ ਹੈ, MUY ਡਿਵਾਈਡਡ ਬਾਈ PY ਇਜ਼ ਇਕੁਅਲ ਟੂ MUM। ਉਹ ਤੋਂ ਬਾਅਦ ਦੇਖੋ PX X ਦੀ ਕੀਮਤ, PY Y ਦੀ ਕੀਮਤ, ਇਹ ਆਪਾਂ ਮੰਨੀ ਹੋਈ ਹੈ 1 ਰੁਪਇਆ, ਅਤੇ ਇਹਨੂੰ ਆਪਾਂ ਫਿਲ ਕਰਤਾ, PX ਵੀ 1 ਫਿਲ ਕਰਤੀ, PY ਵੀ 1। ਹੁਣ 1 ਤਾਂ ਤੁਹਾਨੂੰ ਪਤਾ ਹੀ ਹੈ, ਅਪੋਨ ਦੇ ਵਿੱਚ ਚਾਹੇ ਲਿਖੋ ਜਾਂ ਨਾ ਲਿਖੋ, ਤਾਂ ਇਹਦਾ ਮਤਲਬ ਸੰਤੁਲਨ ਦੀ ਸ਼ਰਤ ਬਹੁਤ ਸਿੰਪਲ ਬਣ ਗਈ, MUX MUY MUM। ਜਿੱਥੇ ਤਿੰਨੋਂ ਬਰਾਬਰ ਹੋ ਗਏ ਉੱਥੇ ਉਪਭੋਗਤਾ ਕਿਹਦੇ ਵਿੱਚ ਹੋ ਜਾਏਗਾ, ਸੰਤੁਲਨ ਦੇ ਵਿੱਚ। ਠੀਕ ਹੈ ਜੀ। ਮੈਂ ਰਾਜੇ ਬਹੁਤ ਸਿੰਪਲ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਦੇਖੋ ਆਪਾਂ ਇੱਕ ਟੇਬਲ ਬਣਾ ਰਹੇ ਹਾਂ, ਯੂਨਿਟਸ, ਮਾਰਜਨਲ ਯੂਟਿਲਿਟੀ ਆਫ X, ਮਾਰਜਨਲ ਯੂਟਿਲਿਟੀ ਆਫ Y, 1 2 3 4 5। ਤੁਸੀਂ ਦੇਖੋ ਘੱਟ ਜਾਂ ਵੱਧ ਵੀ ਲੈ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। X ਦੀ ਯੂਟਿਲਿਟੀ ਮੈंने 22 ਤੋਂ ਸਟਾਰਟ ਕੀਤੀ ਹੈ, ਤੁਸੀਂ ਜਿੱਥੋਂ ਮਰਜ਼ੀ ਸਟਾਰਟ ਕਰ ਸਕਦੇ ਹੋਗੇ, ਬਸ ਉਸ ਤੋਂ ਬਾਅਦ ਘਟਾਉਂਦੇ ਜਾਣਾ ਹੈ, 18 15 10 4, ਈਵਨ ਤੁਹਾਨੂੰ ਪਤਾ ਹੈ 0 ਵੀ ਲਿਖ ਸਕਦੇ ਹੋ ਔਰ ਨੈਗੇਟਿਵ ਵੀ ਲਿਖ ਸਕਦੇ ਹੋ। ਠੀਕ ਹੈ, ਇੱਦਾਂ ਹੀ Y ਦੀ 26 22 15 11 6। ਠੀਕ ਹੈ, ਇਹਦੇ ਵਿੱਚ ਆਪਾਂ ਇੱਕ ਲਾਈਨ ਹੋਰ ਐਡ ਕਰਨੀ ਹੈ, ਉਹ ਮੈਂ ਲਿਖਣਾ ਭੁੱਲ ਗਈ, ਇੱਥੇ ਉੱਪਰ ਹੀ ਲਿਖ ਦਿੰਦੀ ਹਾਂ ਮੈਂ। ਕੀ ਲਿਖਣਾ ਹੈ ਕਿ ਮੰਨ ਲਓ ਉਪਭੋਗਤਾ ਦੀ ਆਮਦਨ 6 ਰੁਪਏ ਹੈ, ਵੀ ਉਹਦੇ ਕੋਲ ਇਨਕਮ ਕਿੰਨੀ ਹੈ 6 ਰੁਪਏ ਹੈ। ਤਾਂ ਦੇਖੋ ਉਹ ਪਹਿਲੀ ਜੋ ਆਪਣੀ ਮਤਲਬ ਉਹ ਹੈ ਕਿੱਥੇ ਖਰਚ ਕਰੇਗਾ, ਪਹਿਲਾ ਰੁਪਇਆ ਕਿੱਥੇ ਖਰਚ ਕਰੇਗਾ। ਦੇਖੋ ਅਗਰ ਉਹ X ਖਰੀਦਦਾ ਤਾਂ ਉਹਨੂੰ ਯੂਟਿਲਿਟੀ ਮਿਲਦੀ ਹੈ 22, ਲੇਕਿਨ ਅਗਰ ਉਹ Y ਵਸਤੂ ਖਰੀਦਦਾ ਤਾਂ ਉਹਨੂੰ ਯੂਟਿਲਿਟੀ ਮਿਲਦੀ ਹੈ 26, ਜ਼ਿਆਦਾ ਇੱਥੋਂ ਮਿਲ ਰਹੀ ਹੈ। ਤਾਂ ਉਹ ਆਪਣਾ ਪਹਿਲਾ ਰੁਪਇਆ ਕਿਹੜੀ ਵਸਤੂ 'ਤੇ ਖਰਚ ਕਰੇਗਾ, Y 'ਤੇ। ਠੀਕ ਹੈ, ਦੂਸਰਾ ਰੁਪਇਆ ਕਿਹੜੀ ਵਸਤੂ 'ਤੇ ਖਰਚ ਕਰੇਗਾ, ਦੇਖੋ ਅਗਰ X ਖਰੀਦੂਗਾ ਤਾਂ ਵੀ ਉਹਨੂੰ ਯੂਟਿਲਿਟੀ 22 ਮਿਲਣੀ ਹੈ, ਅਗਰ Y ਖਰੀਦੂਗਾ ਤਾਂ ਵੀ ਹੁਣ 22 ਮਿਲਣੀ ਹੈ, ਤਾਂ ਜਿਸ ਮਰਜ਼ੀ 'ਤੇ ਖਰਚ ਕਰ ਲੇ। ਠੀਕ ਹੈ,
तीसरा रुपया देखो जे उन्हें दूसरा रुपया इत्थे खर्च करता वाई वस्तु ते, तो तीसरा रुपया वो एक्स वस्तु ते खर्च करेगा, ठीक है, एक्स ते ही करेगा। चौथा रुपया कित्थे खर्च करेगा, जे वो एक्स खरीददा है तो उन्होंने यूटिलिटी मिलनी है 18, जे वाई खरीददा है तो 15 मिलनी है, 18 ज़्यादा है तो चौथा रुपया वो इत्थे खर्च करेगा। पंजवां रुपया वो कित्थे खर्च करेगा, दोनों जगह तो सेम यूटिलिटी मिलनी है, चाहे एक्स ले ले तां भी 15 यूटिल्स मिलू, वाई ले ले तां भी 15, तो जिथे मर्जी कर ले। अगर एक्स ते कर लिया मान लो, तो जिहड़ा उहदा लास्ट 6वां रुपया है वो किहड़ी वस्तु ते खर्च करेगा, वाई वस्तु ते, क्योंकि इत्थों उहनूं की मिलूगी 15 यूटिल्स यूटिलिटी। देखो जिहड़ा ये केस है ना सैकेंड वाला, ਇਹਦੇ ਵਿੱਚ जो लास्ट वाले रुपीज़ होणगे 2 रुपीज़ या जिमें भी तुसीं लैट कीते ने, ਉਹਨਾਂ ਨੂੰ ਕਿਸੇ ਵੀ ਵਸਤੂ 'ਤੇ ਖਰਚ ਕਰੋ, एक्स ਤੇ ਜਾਂ वाई ਤੇ, ਦੋਨਾਂ ਜਗ੍ਹਾ ਤੋਂ यूटिलिटी सेम आएगी 15 किन्नी भी लिखी हो सकती है। मतलब इसे करके जो ये केस है इसनूं सम सीमांत उत्पादकता का नियम भी कहा जाता है। सम मतलब बराबर, सीमांत उत्पादकता दोनों जगह तो की मिल रही है, बराबर मिल रही है, ठीक है। देखो मैं नंबरिंग भी ऐड कर देनी हाँ। पहला रुपया कित्थे खर्च करेगा, वाई गुड ते, दूसरा रुपया किते भी कर सकता है, सुपोज कर लो एक्स ते करता, तो थर्ड रुपी कित्थे खर्च करेगा, फिर वाई ते, फोर्थ रुपी एक्स ते, फिफ्थ किते भी कर सकता है, मान लो इधर करता तो सिक्स्थ रुपी इत्थे खर्च कर देगा। 6 रुपये इस तरीके नाल अगर वो खर्च करेगा तो उहदी जिहड़ी कुल तुष्टि गुण है वो वध तो वध होगी। इस तो बिना जो होर किसी तरीके नाल चलदा है कि मान लो 5 रुपये पहला एक्स ते खर्च कर देंदे, सिर्फ 1 रुपया वाई ते करदा है, या 5 रुपये वाई वस्तु ते कर देंदे, सिर्फ 1 रुपया एक्स ते करदा है, तो उहदा जो तुष्टि गुण है वो अधिकतम नहीं होएगा, ठीक है। इजी डायग्राम आपां बनाई है, देखो डबल आपां वाई एक्सिस लई है, इधरों करव आ रही है मार्जिनल यूटिलिटी ऑफ एक्स, नीचे नूं आ रही है, इधरों आ रही है मार्जिनल यूटिलिटी ऑफ वाई, जिथे दोनों कट कर रही हैं एक दूसरे नूं, उत्थे की है इक्विलिब्रियम, उपभोगता संतुलन का बिंदु, ठीक है जी। अगर फिर भी तुहानूं कोई डाउट होया तो प्लीज़ रजे पूछ लियो, बट एक बार इहनूं ध्यान नाल सुनियो, रिपीट जरूर कर लियो वीडियो, 2-3 टाइम्स रिपीट कर लियो, ठीक है। थैंक यू।